क्या है प्रॉब्लम के नीचे थाने तक इंसाफ नहीं मिलता और आप तक आना पड़ता है? नहीं, मैं पर्सनली ये समझता हूँ कि अगर कंप्लेनेंट आपके ऑफिस में आ रहा है तो इसका ये तासुर नहीं जाना चाहिए कि थाने की सतह के ऊपर जो है वो मामलात प्रॉपर अच्छे तरीके से हैंडल नहीं हो रहे या इंसाफ नहीं मिल पा रहा। मैं फर्म मेरा इसमें बिलीफ है कि थाना आप बेसिक यूनिट है और थाने के बेसिक यूनिट में ना सिर्फ SHO काम कर रहा है, उसके ऊपर का टीयर SDPO है, उसके ऊपर का टीयर DPO है। सारे के सारे लोगों का काम जब लोगों की भलाई करना है, लोगों को जस्टिस प्रोवाइड करना है, तो उसमें जितना को पार्ट मैं प्ले कर सकता हूँ बीइंग ए DPO मुझे करना चाहिए, जितना रोल उसमें SDPO उसमें परफॉर्म कर सके उसको करना चाहिए। और जैसे कि मैंने पहले आपसे कहा है कि थाना आपका बेसिक यूनिट है, थाना जितना ज़्यादा इफेक्टिव होगा उतना स्पीडी जस्टिस और उतना लोगों के जो ग्रीवेंसेस हैं उनको हम अच्छे तरीके से एड्रेस कर पाएंगे। तो हम लाइव आपका वो खुली कचहरी में कवरेज कर सकते हैं? बिल्कुल, मैं आपको दिखाता हूँ, आए आप मेरे साथ। देखिए जी, आतिफ नदीर DPO अहमदाबाद किस तरह शहरियों को तहफ़्फ़ुज़ देने के साथ साथ इंसाफ देने में अपना किरदार अदा कर रहे हैं, वो आपको लाइव नाज़िर आपके सामने रखते हैं और देखते हैं। माँ जी दसो मैं आज नौ नहीं टिकण देंदी शुमेला ते एक सुंदर सराणी ਉਹਨਾਂ ਸਾਨੂੰ ਤੰਗ ਕੀਤਾ ਹੈ, ਬੜਾ ਕੀਤਾ ਹੈ ਤੇ ਨਾਲ ਛੋਰ ਨੂੰ ਵੀ ਲਾ ਲਿਆ ਨੇ ਹਿਜਾਬ ਸੈਨ ਨੂੰ। ਤੇ ਕੱਲ ਵੀ ਉਹ ਕੁੜੀ ਦੇ ਕੋਠੇ ਦੇ ਭੁੱਲਥੀ ਅਠਾ ਛਾਲਾ ਮਾਰ ਦੇ ਗਏ ਤੇ ਮੇਰੀ ਕੁੜੀ ਇਹ ਦੱਸੋ ਕਿ ਤੁਹਾਡੇ ਬੱਚੇ ਕਿਤਨੇ ਨੇ? ਬੱਚੇ 4। ਹਾਂ, ਬੇਟੇ ਕਿਤਨੇ? ਬੇਟੇ 4 ਤੇ 3 ਬੱਚੀਆਂ। ਅੱਛਾ ਜੀ, 4 ਬੇਟੇ ਉਹਨਾਂ ਨੇ। ਬੱਚੀਆਂ ਨੂੰ ਵੜੋਂ ਨਹੀਂ ਘਰ ਨਹੀਂ ਦਿੰਦੇ, ਪਿਓ ਉਹਨਾਂ ਦਾ ਮਰ ਗਿਆ ਤੇ ਜੀ ਹੁਣ ਉਹ ਨਾਨਾ ਜੀ ਆ ਜੱਠਵਾਂ ਨਾਵਾਂ ਦੇ ਹੋਂ ਬੁੱਢੇ ਮੋਏ ਤੇ ਉਹ ਕੁੜੀਆਂ ਬੋਰੇ ਤੇ ਆਂਗਾਂ ਤੋਂ ਆਂਦੀਆਂ ਨੇ ਇੱਥੇ ਆਂਗਾਂ ਕਿ ਨਹੀਂ, ਮੈਨੂੰ ਇਹ ਗੱਲ ਦੱਸੋ ਕਿ ਇਹ ਹੁਣ ਚੋਂ ਬੱਚਿਆਂ ਨੂੰ ਦੋਨ ਤੰਗ ਕੌਣ ਕਰਦਾ ਹੈ? ਤੰਗ ਫਿਦਾ ਹੁਸੈਨ ਤੇ ਉਹ ਸਵਾਣੀ ਦੇ ਅੱਗੇ ਲੱਗ ਜਾਂਦਾ ਜਾਂ ਬੋਲਦੀ ਹੈ ਤੇ ਉਹ ਭਬਕਾ ਮਾਰਦਾ, ਨਸ਼ਈ ਬੰਦਾ ਹੈ ਇਹ ਤੇ ਸਾਰੇ ਸਾਨ ਬੜਾ ਬੱਚੇ ਜਿਹੜੇ ਔਖੇ ਤੁਹਾਡੇ ਉਹ ਵਿਵਾਹ ਵਿਚਾਰੇ ਤੇ ਉਹ ਵੱਖੋ ਵੱਖ ਰਹਿੰਦੇ ਨੇ ਕਿ ਉਹ ਵੱਖੋ ਵੱਖ ਨੇ। ਚੌਥੇ ਮਹੀਨੇ ਉਹ ਫਿਦਾ ਤੋਂ ਮਨੇ ਹੋ ਗਿਆ ਤੇ ਆ ਮੇਰਾ ਬੇਟਾ ਜਿਹੜਾ ਨਾ ਜੀ ਇਹਨੂੰ ਅਗਲੇ ਦੇ ਵੀ ਉਹਨਾਂ 5 ਬੰਦੇ ਸਦਾਏ ਨੇ ਤੇ ਘਰ ਵਿਹੜੇ 'ਚ ਬਾੜੇ ਨੇ ਦੀਆਂ ਭੈਣਾਂ ਦੇ ਕੋਲ ਕਿਦਾਈ ਦੇ ਕੁੱਤੇ ਤੇ ਇਹਨਾਂ ਦੇ ਹੱਥੀ ਪਾਉਣ ਵਾਸਤੇ। ਨਹੀਂ ਉਹ ਇਹ ਆ ਲੱਤ ਮਜਬੂਰ ਹੈ ਇੱਕ ਹੁੰਦੀ ਲੱਤ ਤੇ ਅੱਗੇ ਟਰੈਕਟਰ ਸੁੰਗਾ ਸੜਾਇਆ ਇਹਦਾ। ਇਹ ਹੁਣ ਇਹ ਫਿਦਾਨ ਬੁਲਾ ਕੇ ਸਮਝਾਈਏ ਇਹ ਕੀ ਕਰੀਏ? ਹੁਣ ਤੁਸੀਂ ਦੱਸੋ ਇਸ ਮਸਲੇ ਦਾ ਕੀ ਹੱਲ ਕਰੀਏ? ਮੁੜ ਇੰਜੀ ਇਹ ਪੁੱਤਰ ਤੁਸੀਂ ਲਿਖ ਕੇ ਤੇ ਥਾਣੇ ਗੱਲਣਾ ਤਾਂ ਇੱਥੇ ਸਦਾਣਾ ਨਹੀਂ ਤਾਂ ਜਿਕਣ ਆਂਦੇ ਹੋ ਤੁਸੀਂ, ਮੈਂ ਤੇ ਆਂਦੇ ਹੋ ਥਾਣੇ ਗੱਲਣਾ, ਥਾਣੇ ਗੱਲ ਦੇਣਾ, ਆਂਦੇ ਹੋ DSP ਕੋਲ ਗੱਲੋ, DSP ਕੋਲ ਗੱਲ ਦੇਣਾ, ਜਿਕਣ ਆਂਦੇ ਹੋ ਤੁਸੀਂ ਮੇਰਾ ਦਿਲ ਤੁਹਾਡਾ ਮਸਲਾ ਹੱਲ ਹੋ ਜੇ। ਆ ਹੱਲ ਕਰੋ, ਘਰ ਸਾਡਾ ਛੱਡ ਦੇ, ਸਾਡਾ ਘਰ ਛੱਡ ਦੇਵੇ, ਉਸ ਘਰੋਂ ਨਿਕਲ ਕੇ ਉਹਦੇ 16 ਸਾਲ ਬੰਦੇ ਜਾਣ। ਨਹੀਂ ਘਰ ਉਹਦੇ ਵਿੱਚ ਹਿੱਸਾ ਕੋਈ ਨਹੀਂ ਉਹਦਾ ਘਰੇ ਵਿੱਚ। ਨਹੀਂ ਜੀ ਇਹ ਲਿਖ ਕੇ ਦਿੱਤਾ ਜੀ, ਲਿਖ ਕੇ ਕਿਆ ਲਿਖ ਕੇ ਦਿੱਤਾ? ਆਈ ਦਿੱਤਾ ਡੇਰੇ ਵਾਲੇ ਸਾਰੇ ਕਿ ਨਹੀਂ ਇਹ ਇਹਨਾਂ ਦੀਆਂ ਸ਼ਾਦੀਆਂ ਕੀਤੀਆਂ ਨੇ, ਉਹਨਾਂ ਹਿੱਸਾ ਕੋਈ ਨਹੀਂ ਕਰਦਾ। ਇੱਕ ਸੈਕਿੰਡ ਮਾਂ ਜੀ, ਇੱਕ ਸੈਕਿੰਡ। ਇਹ ਘਰ ਜਿਹੜਾ ਕਿਤਨੇ ਮਰਲਿਆਂ ਦਾ ਹੈ? ਇਹ ਦੇ 6 ਮਰ ਹਾਂ 6 ਤੇ 6 ਮਰਲਿਆਂ ਵਿੱਚ ਜਿਹੜੇ ਨੇ ਫਿਦਾ ਤੋਂ ਇਲਾਵਾ ਵੀ ਕੋਈ ਰਹਿੰਦਾ ਜਦ ਤੱਕ? ਇੱਕ ਵੱਡਾ ਸਾਲ ਫਿਰਾ ਤੇ ਇੱਕ ਜੋ ਮੇਰਾ ਖਿਆਲ ਹੈ ਬਈ ਥਾਣੇ ਗਲਦੇ ਆ SHO ਨੇ ਆ ਫਿਦਾਤ ਵੀ ਬੁਲਾ ਲਵੇ ਤੇ ਦੁਆਨ ਵੀ ਬੁਲਾ ਲਵੇ ਤੇ ਕੋਸ਼ਿਸ਼ ਕਰਕੇ ਬਹਿ ਕੇ ਜੇ ਇਸ ਮਸਲੇ ਦਾ ਹੱਲ ਨਿਕਲ ਆਵੇ। ਜਿਹੜੇ ਅਗਲੇ ਦੇ ਥਾਣੇ ਉਹਨਾਂ ਸਦਾਇਆ, ਇੱਥੇ ਵੀ ਦਰਖਾਸਤ ਦਿੱਤੀ ਨੇ, ਹਟ ਕੇ ਥਾਣੇ ਵੀ ਦਿੱਤੇ ਨੇ। ਠੀਕ ਹੈ, ਮੋੜ ਉਹਨਾਂ ਦੇ ਸਾਹ ਜੇ ਫਰੀਕ ਦਿੱਤੀ ਹੈ। ਹਾਂ ਦੂਜੀ ਠੀਕ ਹੈ। ਫਰੀਕ ਸੁੰਦਰ ਸਨਾਲ ਹੈ ਤੇ ਫਿਦਾ ਉਹ ਮੋੜ ਅਸੀਂ ਜੀ ਉੱਥੇ ਥਾਣੇ ਗਏ, ਉਸ ਨੇ ਬਣਾਇਆ ਇਹ ਸੋਚੋ ਡੇਰਾ। ਉਸ ਆਖਿਆ ਬਈ ਯਾਰਾ ਸਿੱਧਾਰੇ ਦਾ ਜਿਹੜੀ ਕਰਦੇ, ਅਸੀਂ ਆਖਿਆ ਠੀਕ ਹੈ। उन गल सुनाई है, कदी आंदा मैं सोलर बन छड़नी है, कदी आंदा मैं भैणा कोट छड़ना। समझ आ गई ਤੁਹਾਡੀ ਗੱਲੇ ਦੀ। ਇਹਦੇ ਚ ਫਿਰ ਅਸੀਂ ਗੱਲ ਇੰਨੀ ਮੁਕਾਉਂਦੇ ਆ ਕਿ ਮੈਂ ਉਨ SHO ਨਾ ठीक है वो दुआन भी बुला लवे ते फिदा औरत भी बुला लवे। ठीक है अब देखो एक लाता है मेरा छोड़ ये आप ये जेड़े ने ना उत्ते थाने च बैठ के ਤੁਹਾਡਾ ਮੁਕਾ ਦੇਵੇ ਜਿਹੜੇ। ठीक है मुड़ ठीक है पुत्र जी मैं तुसी नहीं मैं तो चाहना कि जिगड़ तुसी आखो
ठीक है माँ जी, मैं कोशिश करता हाँ थोड़ा मसला हल करिए जेड़े। ਜੇ ਮੈਂ ਨਾ ਦੀ ਮੈਂ ਅਬ ਲਾ ਛੱਡਨੇ ਰਾਤ ਤੇ ਸੁੱਤੇ ਪਈ नहीं नहीं ऐसी करते हैं मसला हल जेड़े। भाईजान मैंने ना अपनी बच्ची का सामान किसी के घर रखवाया था, मेरे घर जगह नहीं थी, 2.25 मरले का मकान है, हमारा जॉइंट फैमिली है। तो मैंने उन्हें कहा, उसके दादा अबू ने हिस्सा दिया, तो आगे मेरी बीमारी पे भी लग गया। मैं शुगर पेशेंट हूँ, पिछले साल मेरी बड़ी 3-4 माह तबीयत हद से ज़्यादा ख़राब रही। सिर्फ 2 चीज़ें मुझे बता दें, ये सामान किसके घर आपने रखवाया था? ये मैंने अपनी बच्ची की सहेली के घर। परवीन बीबी हाँ जी, उसकी परवीन माँ। बीबी उसकी माँ है? हाँ उसकी? जी। जो आपकी हाँ बेटी जी। की जो हाँ फ्रेंड जी। है उसकी माँ हाँ है जी। जो है वो, ठीक है। ये कहाँ पे रहती है? ये हमारी गली से 5वीं गली के अंदर रहती है। ऐसे चलो मैं इशू रिजॉल्व करवा देता और वो अब कहती हैं कि ठीक कोई है। सामान नहीं है। मुझे समझ आ गई है, मैं कह रहा हूँ जो है ना वो करवा देते हैं जो, ठीक है। जी सर 2 महीने हो गए ना सर, मैं जलील होंगे सर, मुलजम उन्होंने पकड़ के छोड़ दिया बारी रिश्वत ले। बेटा मैं ना ये आपकी रिपोर्ट मंगवाई है डीएसपी से। डीएसपी तहसील का अफसर होता है, तहसील में डीएसपी से बड़ा कोई अफसर नहीं होता। जो मैं वही पढ़ रहा हूँ, उसके बाद फिर मैं आपको बताता हूँ। जो आपका मैटर मुझे याद भी है, मैंने जानबूझ के आपका मैटर थाने नहीं भेजा था, डीएसपी के पास इसी वजह से भेजा था कि सेंसिटिव मैटर है और मेरा कोई अच्छा गस्टेड अफसर जो है वो इसकी तफ्तीश करे। सिर्फ 1 मिनट ठहर जाए आप। मैंने आपकी रिपोर्ट पढ़ ली है, अब बताएं आप। जी सर वो कहते हैं लाख रुपया डिमांड दो फिर हम पर्चा देंगे आपको। नहीं, इसमें कोई ऐसी चीज नहीं लिखी हुई। आप गलत इल्जाम पुलिस पे न लगाएं आप। नहीं सर कसम से उन्होंने नहीं, आप रिश्वत गलत लेकर- बात कर रही हैं। जो मैं आपसे मुत्तफिक नहीं हुई। ये डीएसपी की रिपोर्ट है, आप जाएं, जी आप अपना मेडिकल करवाएं। मेडिकल के बाद जो आपकी कार्रवाई बनेगी वो मेरी जिम्मेदारी है। वो मैं सर वो करवाऊंगा लेडीज जो है। फॉर्म भी उसने साथ भेजिए, वो मैं मेडिकल ही नहीं देते, कागज उन्होंने फाड़ वो दिए। लिखा हुआ है जो है। मैंने आपको जो बात बता दी है ना, मैंने आपको बता दिया है कि आप जाएं, आप पहले अपना मेडिकल करवाएं जो है। हाँ, डीएसपी ने जब लिख के भेज दिया आप मेडिकल करवाएं, आप मेडिकल तो करवाएं ना अपना, उसके बाद जो आपकी कार्रवाई बनेगी वो करेंगे हम लोग। अस्सलाम वालेकुम सर। दसो जी। सर ना एप्लीकेशन ਦਿੱਤੀ ਅਸੀਂ ਸਾਡੇ ਕੋਲ ਮਹਿਕਮਾ ਔਕਾਫ ਦੀ ਨਾ ਜ਼ਮੀਨ ਹੈ ਜੀ। ਕਦੋਂ ਲਈ ਜੇ? ਅਸਾਂ ਲੀਜ਼ ਤੇ ਲਈ ਸਰ 2013 ਤੋਂ, ਵੈਸੇ ਤੇ ਪਹਿਲੇ ਤੋਂ ਚੱਲਦੀ ਆ ਰਹੀ ਸੀ, ਅੱਗੋਂ ਅਸਾਂ ਲੀਜ਼ ਤੇ ਕਰਾ ਲਈ 2013 ਤੇ ਸਰ। ਠੀਕ ਹੈ ਜੀ। ਤੇ ਸਰ 10 ਏਕੜ ਸਾਡੇ ਕੋਲ ਕਬਜ਼ਾ ਹੁੰਦਾ ਹੈ, 2 ਏਕੜ ਦਾ ਕੋਈ ਜੀ। ਕਿੰਨੇ ਅਰਸੇ ਦਾ 2 ਏਕੜ ਦਾ ਕਬਜ਼ਾ ਨਹੀਂ? ਤਕਰੀਬਨ ਸਰ 9-10 ਸਾਲ ਹੋ ਗਏ ਨੇ। ਵਕਫੇ ਨਾਲ ਅਸੀਂ ਸਰ ਦਖਲ ਕਰਵਾਇਆ। ਦਖਲ ਦੇ ਦੌਰਾਨ ਉਸ ਤੋਂ ਬਾਵਜੂਦ ਉਹ ਪਾਰਟੀ ਸਰ ਵਾਹ ਲੈਂਦੀ ਹੈ, ਸਾਡੇ ਤੋਂ ਸਟਰੋਂਗ ਨੇ ਤੇ ਵਾਲਦ ਸਾਹਿਬ ਮੇਰੇ ਇਕੱਲੇ ਨੇ ਸਰ। ਮੈਂ ਜ਼ਰਾ ਛੋਟਾ ਸਾਂ ਤੇ ਇਸ ਵਜ੍ਹਾ ਤੋਂ ਸਟੱਡੀ ਵਿੱਚ ਹੀ ਰਿਹਾ ਵਾਂ। ਮੈਂ 2-3 ਗੱਲਾਂ ਦਾ ਨਾ ਮੈਨੂੰ ਦੱਸੋ। ਜੀ, ਜਿਹੜਾ ਜੀ। ਆਖਰੀ ਤੁਸੀਂ ਦਖਲ ਲਿਆ ਸਰ ਆਖਰੀ ਦਖਲ ਉਹ ਮੈਂ ਸਿਰਫ ਜ਼ਬਾਨੀ ਦੱਸ। ਜੀ ਸਰ। ਆਖਰੀ ਜਿਹੜਾ ਤੁਸੀਂ ਦਖਲ ਲਿਆ ਸੀ ਉਹ ਕਦੋਂ ਲਿਆ ਹੈ? ਮਹਿਕਮਾ ਮਾਲ ਨੂੰ ਜਾ ਕੇ ਜਾਂ ਵੈਸੇ ਸਰ ਦਖਲ 2024 ਦਾ ਲਾਸਟ ਟਾਈਮ ਸਰ ਹੋਇਆ ਦੋਵੇਂ ਦੱਸ ਛੜੋ। ਸਰ। 2024 ਦਾ ਨਾਲ ਲੱਗਾ ਹੈ ਸਰ। ਅੱਛਾ 2024 ਤਾਂ ਨਹੀਂ, ਮੈਂ ਤੁਹਾਡੀ ਗੱਲ ਤੋਂ ਹੀ ਮੈਂ ਮੰਨ ਲਿਆ ਸੀ ਨਾ, ਕਾਗਜ਼ ਮੈਂ ਤਦ ਵੇਖਾਂਗਾ ਜਦੋਂ ਮੈਨੂੰ ਲੱਗੇਗਾ ਕਿ ਹੁਣ ਤੁਸੀਂ ਜਿਹੜੇ ਨੇ ਨਾ ਉਹ ਸਹੀ ਗੱਲ ਦੇ ਨਾਲ ਜੀ ਸਰ। ਜਿਹੜੇ 2024 ਦਾ ਜਿਹੜਾ ਦਖਲ ਲਿਆ ਸੀ ਜੀ ਸਰ। ਉਸ ਤੋਂ ਬਾਅਦ ਅੱਗੇ ਫਿਰ ਕੀ ਕਾਰਵਾਈ ਹੋਈ? ਸਰ ਕਾਰਵਾਈ ਦੱਸਣਾ ਸਰ। ਸਾਨੂੰ ਫਿਰ ਆਂਦੇ ਸਨ ਜੀ ਤੁਸੀਂ ਠੇਕਾ ਲੈ ਲਵੋ, ਸਾਡੇ ਕੋਈ ਹਿੱਸਾ ਲੈ ਲਵੋ ਸਰ। ਉਹਨਾਂ ਨਾਲ ਅਸੀਂ ਇਸ ਚੀਜ਼ ਤੇ ਮੁਤਮਿਨ ਹੋ ਗਏ ਕਿਉਂ ਸਰ ਸਾਡੇ ਤੇ ਨਾ ਅੱਜ ਤੱਕ ਸ਼ਰੀਫ ਆਦਮੀ ਆ ਸਰ, ਗੈਰ ਕਾਨੂੰਨੀ ਕੰਮ ਨਹੀਂ ਕਰਨਾ ਚਾਹੁੰਦੇ। ਤੇ ਉਹਨਾਂ ਸਰ ਸਾਨੂੰ ਇਸ ਲਾਰੇ ਲੱਭੇ 'ਚ ਰੱਖਿਆ। ਉਸ ਤੋਂ ਬਾਅਦ ਜੀ ਉਹਨਾਂ ਸਾਨੂੰ ਜਵਾਬ ਦੇ ਦਿੱਤਾ। 18 ਤਰੀਕ ਨੂੰ ਸਰ ਮੈਂ ਨਾ ਜੀ ਐਪਲੀਕੇਸ਼ਨ ਇੱਕ ਦੇਣਾ ਵਾ ਕਸੋ ਕੀ ਥਾਣੇ ਜੀ। ਮੇਰੀ ਤਫਤੀਸ਼ ਕਰਦੇ ਨੇ ਰਾਖਤਰ ਸਬ ਇੰਸਪੈਕਟਰ ਸਰ। ਤੇ ਉਹਨਾਂ ਤਫਤੀਸ਼ ਕਰਨ ਤੋਂ ਬਾਅਦ ਸਰ ਦੂਸਰੀ ਪਾਰਟੀ ਨੂੰ ਕਹਿ ਦਿੰਦੇ ਨੇ ਵੀ ਤੁਸੀਂ ਜ਼ਮੀਨ ਦੇ ਨਜ਼ਦੀਕ ਨਹੀਂ ਜਾਣਾ। ਮੈਨੂੰ ਕਹਿ ਦਿੰਦੇ ਨੇ ਵੀ ਤੁਸੀਂ ਜਾ ਕੇ ਬੇਟਾ ਪਾਣੀ ਆਪਣਾ ਲਾਓ। ਸਰ ਮੈਂ ਪਾਣੀ ਲਗਾਉਣਾ ਵਾ ਤਕਰੀਬਨ ਅੱਜ ਤੋਂ 4-5 ਦਿਨ ਪਹਿਲੇ ਸਰ। ਗਲਬਨ ਬੁੱਧ ਵਾਲਾ ਦਿਨ ਸੀ ਸਰ। ਦੇਖੋ ਮੈਂ ਤੁਹਾਨੂੰ ਗੱਲ ਨੂੰ ਕਹਾ ਦਿਆਂ ਜੀ ਸਰ। ਇਹ ਕੋਈ ਤਰੀਕਾ ਮੁਨਾਸਬ ਨਹੀਂ ਹੈ ਜਿਹੜੇ ਨੇ ਨਾ ਸਿਰਫ ਕਿਸੇ ਬੰਦੇ ਦੇ ਜ਼ਬਾਨੀ ਕਲਾਮੀ ਪਾਏ, ਭਲੇ ਉਹ ਪੁਲਿਸ ਵਾਲਾ ਹੈ, ਭਲੇ ਕੋਈ ਐਵਨਿਊ ਵਾਲਾ ਹੈ, ਭਲੇ ਕੋਈ ਹੋਰ ਮੈਂ ਜੀ ਸਰ। ਕਿ ਜੀ ਤੁਸੀਂ ਜਾ ਕੇ ਇਹ ਕੰਮ ਕਰ ਲਓ। ਤੁਹਾਡੇ ਕੋਲ ਅਗਰ ਕੋਈ ਲੀਗਲ ਕੋਈ ਡਾਕੂਮੈਂਟਸ ਮੌਜੂਦ ਨੇ ਨਾ ਜੀ, ਜੀ ਸਰ। ਇੱਕ ਹੋ ਗਿਆ ਇਹ ਉਹ ਮੈਂ ਐਸਐਚਓ ਨੂੰ ਬਲਕਿ ਡੀਐਸਪੀ ਸਦਰ ਨੂੰ ਤੁਹਾਡੀ ਐਪਲੀਕੇਸ਼ਨ ਮਾਰ ਕਰ ਰਿਹਾ ਜੀ ਸਰ। ਉਹ ਦੋਨੋਂ ਸੁਣੇਗਾ ਔਰ ਅਗਰ ਜਿਹੜੇ ਨੇ ਉਹਨਾਂ ਦੀ ਬੇਦਖਲੀ ਬਣਦੀ ਹੈ ਤੇ ਅਸੀਂ ਇਸ ਨੂੰ ਰੈਵਨਿਊ ਵਾਲਾ ਦੇ ਕੋਲ ਵੈਰੀਫਾਈ ਕਰਵਾਉਣ ਤੋਂ ਬਾਅਦ ਉਹ ਕਰਵਾ ਦੇਵਾਂਗੇ। ਨਹੀਂ ਬਣਦੀ ਜਾਂ ਡਾਕੂਮੈਂਟ ਨੂੰ ਰੀਵੈਰੀਫਾਈ ਕਰਵਾਉਣਾ ਤੇ ਜਿਹੜੇ ਇਹਨਾਂ ਨੂੰ ਦੁਬਾਰਾ ਅਸੀਂ ਲਿਖ ਕੇ ਜਿਹੜੇ ਨੇ ਸਰ ਉਹ ਬਿਲਕੁਲ ਜਿਸ ਤਰ੍ਹਾਂ ਤੁਸੀਂ ਆਖੋਗੇ ਸਰ। ਮੇਰੀ ਗੱਲ ਤੇ ਅੱਗੋਂ ਸੁਣ ਲਓ ਮੈਂ ਸੁਣ ਲਈ ਤੁਹਾਡੀ ਗੱਲ ਸਰ। ਅੱਗੇ ਮੈਂ ਇਸ ਪੁਰਾਣੇ ਜਿਹੜਾ ਸਰ ਨਕਲੀ ਦਾ ਆਰਡਰ ਸਰ ਉਹ ਠੀਕ ਹੋ ਗਿਆ ਜੀ ਸਰ। ਠੀਕ ਹੋ ਗਿਆ ਨਹੀਂ ਕਰ ਸਕਦਾ। ਸਰ ਨਾ ਕਰੋ ਤੁਸੀਂ, ਲੇਕਿਨ ਸਰ ਮੇਰੀ ਗੱਲ ਤੇ ਛੋਟੀ ਸੁਣ ਲਓ ਸਰ। ਉਸ ਤੋਂ ਬਾਅਦ ਜੀ ਇਨਕੁਆਰੀ ਐਸਐਚਓ ਸਾਹਿਬ ਕੋਲ ਟੁਰ ਗਈ ਹੈ ਸਰ। ਉਸ ਤੋਂ ਬਾਅਦ ਮੈਨੂੰ ਐਸਐਚਓ ਸਾਹਿਬ ਨੂੰ ਪਤਾ ਮੈਨੂੰ ਚੱਲ ਗਿਆ ਉਹਨਾਂ ਦੇ 10 ਰਾਤ ਤੋਂ ਠੀਕ ਹੈ। ਸਾਨੂੰ ਸਰ ਕੋਰਟ ਨੇ ਸਟੇ ਦੇ ਦਿੱਤਾ ਹੈ। ਸਟੇ ਦਾ ਸਰ ਮਤਲਬ ਇਹ ਸੀ ਵੀ ਤੁਸੀਂ ਦੋਨੋਂ ਪਾਰਟੀਆਂ ਨਾਲ ਨਜ਼ਦੀਕ ਜਾਣ।
ਐਸਐਚਓ ਸਾਹਿਬ ਨੂੰ ਮੈਂ ਸਰ ਸਟੇ ਦਿੱਤਾ, ਮੈਂ ਕਿਹਾ ਸਰ ਸਟੇ ਹੋ ਗਿਆ। ਅਸੀਂ ਉਹਨਾਂ ਆਖਿਆ ਜੀ ਤੁਸੀਂ ਗਵਰਨਮੈਂਟ ਕੋਲ ਦਖਲ ਲੈ ਲਓ, ਤੁਹਾਡੇ ਕੋਲ ਡਾਕੂਮੈਂਟ। ਮੈਂ ਕਿਹਾ ਸਰ ਠੀਕ ਹੈ ਜੀ, ਅਸੀਂ ਦਖਲ ਲੈ ਲੈਂਦੇ ਹਾਂ। ਤਕਰੀਬਨ 8-10 ਦਿਨ ਦਾ ਪ੍ਰੋਸੀਜਰ ਹੈ ਸਰ। ਮੈਂ ਦਿੱਤਾ ਸਟੇ ਉਹਨਾਂ ਨੂੰ, ਐਸਐਚਓ ਸਾਹਿਬ ਨੂੰ। ਐਸਐਚਓ ਸਾਹਿਬ ਨੇ ਸਰ ਸਟੇ ਐਂਡ ਟੇਬਲ 'ਤੇ ਚੁੱਕ ਕੇ ਮਾਰਿਆ, ਕਹਿੰਦਾ ਜੀ ਸਟੇ ਦਾ ਮੈਂ ਕੀ ਕਰਾਂ, ਠੀਕ ਹੈ। ਉਸ ਸਟੇ ਦੇ ਬਾਵਜੂਦ ਸਰ ਉਹਨਾਂ ਨੂੰ ਆਖਿਆ ਜਾ ਕੇ ਤੁਸੀਂ ਪਾਣੀ ਲਗਾਓ। ਉਸ ਪਾਰਟੀ ਸਰ ਪਾਣੀ ਲਗਾ ਦਿੱਤਾ। ਮੈਂ ਸਰ 1-5 ਤੇ ਕਾਲ ਕੀਤੀ ਸਰ ਸਟੇ ਦੇ ਦੌਰਾਨ ਕਮ ਸੇ ਕਮ ਦੋਵੇਂ ਪਾਰਟੀਆਂ ਨਜ਼ਦੀਕ ਨਾ ਜਾਣ, ਠੀਕ ਹੈ। ਉਹਨਾਂ ਸਰ ਪਾਣੀ ਲਗਾਇਆ। ਪਾਣੀ ਲਗਾਉਣ ਤੋਂ ਬਾਅਦ ਸਰ ਉਲਟਾ ਐਸਐਚਓ ਮੈਨੂੰ ਕਹਿ ਰਿਹਾ ਮੈਂ ਤੇਰੇ ਤੇ ਪਰਚਾ ਦੇ ਦੇਣਾ ਅਗਰ ਤੂੰ 1-5 ਤੇ ਕਾਲ ਵੀ ਕੀਤੀ। ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰਾਂ ਜੀ ਸਰ। ਅਗਰ ਦੂਜਾ ਫਰੀਕ ਵੀ ਮੇਰੇ ਸਾਹਮਣੇ ਹੁੰਦਾ ਨਾ ਤੇ ਮੈਂ ਸੁਣ ਕੇ ਤੇ ਮੈਂ ਤੁਹਾਨੂੰ ਇਹ ਗੱਲ ਕਹਿ ਦੇਣੀ ਸੀ ਜੀ ਸਰ। ਕਿ ਜਨਾਬ ਉਹ ਠੀਕ ਕਹਿ ਰਿਹਾ ਨਹੀਂ ਸਰ ਕੋਈ ਜੋ ਨਹੀਂ ਹੈ। ਇਹ ਮੈਂ ਤੁਹਾਡੀ ਦਰਖਾਸਤ ਡੀਐਸਪੀ ਸਦਰ ਦੇ ਕੋਲ ਗਈ ਹੈ ਭੇਜ ਤੋਂ ਸਰ ਠੀਕ ਹੋ ਬਿਹਤਰ ਗਿਆ ਨਾ ਹੈ ਜੀ। ਹਾਂ ਇਸ ਵਾਸਤੇ ਉਹ ਇਹ ਤਰੀਕਾ ਮੈਂ ਤੁਹਾਨੂੰ ਇਹ ਗੱਲ ਇੱਕ ਸਮਝਾ ਛੜੀ ਹੈ ਕਿ ਜੀ ਕਿਸੇ ਦੇ ਜ਼ਬਾਨੀ ਕਲਾਮੀ ਕਹਿਣ ਦੇ ਉੱਤੇ ਨਾ ਜ਼ਮੀਨਾਂ ਤੇ ਕਬਜ਼ੇ ਲੈ ਜਾਂਦੇ ਨੇ ਨਾ ਜ਼ਮੀਨਾਂ ਦੇ ਕਬਜ਼ੇ ਵਾਪਸ ਹੁੰਦੇ ਨੇ ਜਿਹੜੇ ਸਰ। ਉਹ ਬਿਲਕੁਲ ਇਹ ਬਸ ਇੰਨੀ ਕੁ ਗੱਲ ਸੀ ਜਿਹੜੇ ਨੇ ਜਾ ਕੇ ਉੱਥੇ ਡੀਐਸਪੀ ਦੇ ਕੋਲ ਪੇਸ਼ ਹੋਵੋ, ਜਿਹੜੇ ਨੇ ਉਹ ਦੂਜੇ ਫਰੀਕ ਨੂੰ ਵੀ ਬੁਲਾ ਲੈਂਦਾ ਮੈਰਿਟ ਦੇ ਮੁਤਾਬਕ ਜਿਹੜਾ ਫੈਸਲਾ ਹੋਏਗਾ, ਕਿਉਂਕਿ ਜ਼ਮੀਨ ਦਾ ਮਾਮਲਾ ਹੈ, ਅਸੀਂ ਸਾਰੀਆਂ ਚੀਜ਼ਾਂ ਨੂੰ ਦੇਖਭਾਲ ਕਰਨ ਤੋਂ ਬਾਅਦ ਅਸੀਂ ਬਿਲਕੁਲ